ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕਿ ਹੁਣ ਸਿੱਧੂ ਦੇ ਲਈ ਕੋਈ ਕਾਨੂੰਨੀ ਰਸਤਾ ਬਾਕੀ ਹੈ ਕਿ ਜਿਹੜਾ ਕਿ ਜੇਲ੍ਹ ਨਾ ਜਾਣਾ ਪਵੇ। ਹੁਣ ਉਹਨਾਂ ਕੋਲੇ ਕੋਈ ਰੈਮਡੀ ਅਵੇਲ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ 2 ਵਾਰੀ ਇਸ ਕੇਸ ਨੂੰ ਸੁਣ ਚੁੱਕੀ ਹੈ। ਸੁਪਰੀਮ ਕੋਰਟ ਆਪਣੀ ਸੁਣਾਏ ਫੈਸਲੇ ਤੇ ਰਿਵਿਊ ਪਟੀਸ਼ਨ ਐਕਸੈਪਟ ਕਰਦੀ ਹੈ ਕਿ ਇਹ ਅਜਿਹਾ ਸਿਰਫ ਇਸ ਕਰਕੇ ਹੋਇਆ ਕਿਉਂਕਿ ਇੱਕ ਨਵਜੋਤ ਸਿੰਘ ਸਿੱਧੂ ਵਰਗਾ VIP ਇਸ ਕੇਸ ਦੇ ਵਿੱਚ ਇਨਵੋਲਵ ਸੀ। ਜੇ CM ਮਾਨ ਚਾਹੁਣ ਤਾਂ 6 ਮਹੀਨੇ ਬਾਅਦ ਜੇਕਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਉਹ ਬਿਹੇਵੀਅਰ ਆ ਉਹ ਜੇਲ੍ਹ 'ਚ ਠੀਕ ਰਹਿੰਦਾ ਤਾਂ ਉਹ CM ਮਾਨ ਪਾਵਰ ਰੱਖਦੇ ਨੇ ਕਿ ਅਗਲੇ 6 ਮਹੀਨੇ ਦੀ ਸਜ਼ਾ ਮਾਫ ਕਰ ਸਕਦੇ ਨੇ। ਦਿੱਲੀ ਸਟੇਟ ਗਵਰਨਮੈਂਟ ਇਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਵੀ ਕੁਸ਼ਕ ਹੁੰਦੇ ਆ, ਜਿਵੇਂ ਕਿ ਆਪਾਂ ਕਹਿੰਦੇ ਹਾਂ ਜੋ ਜੇਲ੍ਸ ਨੇ ਜੇਲ੍ਸ ਡਾਇਰੈਕਟਲੀ ਉਹ ਸੈਂਟਰ ਨਾਲ ਹੀ ਰਿਲੇਟਡ ਨੇ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਓ ਵਰਿੰਦਰ ਸਿੰਘ। ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਦੇ ਤਹਿਤ ਸਜ਼ਾ ਸੁਣਾ ਦਿੱਤੀ ਗਈ ਹੈ। ਪੂਰੇ 1 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਇਹ 1 ਸਾਲ ਜੇਲ੍ਹ ਦੇ ਵਿੱਚ ਕੱਟਣਗੇ। ਪਰ ਇਸ ਮਾਮਲੇ ਦੇ ਵਿੱਚ ਕਾਨੂੰਨ ਦੀ ਘੁੰਡੀ ਕੀ ਕਹਿੰਦੀ ਹੈ? ਆਖਿਰਕਾਰ ਸੈਸ਼ਨ ਕੋਰਟ ਤੋਂ ਇਹ ਕੋਰਟ ਹਾਈ ਕੋਰਟ ਪਹੁੰਚਿਆ, ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਪਹੁੰਚਿਆ। ਅਜਿਹੇ ਦੇ ਵਿੱਚ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ? ਹਾਈ ਕੋਰਟ ਨੇ ਕੀ ਸੋਚ ਕੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਇਸੇ ਮਾਮਲੇ 'ਚ 3 ਸਾਲ ਦੀ ਸਜ਼ਾ ਸੁਣਾਈ ਤੇ ਫਿਰ ਕੀ ਸੋਚ ਕੇ ਇਸੇ ਮਾਮਲੇ ਦੇ ਵਿੱਚ ਜਦੋਂ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਤਾਂ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਬਰੀ ਕੀਤਾ ਸਿਰਫ 1000 ਦਾ ਜੁਰਮਾਨਾ ਕਰਕੇ। ਪਰ ਉਸ ਤੋਂ ਬਾਅਦ ਪੀੜਤ ਪਰਿਵਾਰ ਰਿਵਿਊ ਪਟੀਸ਼ਨ ਪਾਉਂਦਾ। ਉਸ ਤੋਂ ਬਾਅਦ ਸੁਪਰੀਮ ਕੋਰਟ ਫਿਰ ਇਸੇ ਕੇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਮੰਨ ਲੈਂਦਾ ਤੇ ਫਿਰ ਉਹਨਾਂ ਨੂੰ ਅੱਜ 1 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਇਸੇ ਵਿਸ਼ੇ ਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਹਾਈ ਕੋਰਟ ਦੇ ਸੀਨੀਅਰ ਵਕੀਲ ਹਰਿੰਦਰ ਸਿੰਘ ਖੋਸਾ ਜੀ। ਖੋਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖੋਸਾ ਸਾਹਿਬ, 24 ਪੰਨਿਆਂ ਦਾ ਇਹ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਦਾ ਆਰਡਰ ਹੈ, ਤੁਸੀਂ ਪੜ੍ਹ ਹੀ ਲਿਆ ਹੋਣਾ ਹੁਣ ਤੱਕ ਤਾਂ ਸਾਰਾ, ਤੇ ਥੋੜਾ ਜਿਹਾ ਸਮਝਾਓ ਦਰਸ਼ਕਾਂ ਨੂੰ ਕਿ ਆਖਿਰ ਇਹ ਕੇਸ ਹੈ ਕੀ ਸੀ ਤੇ ਕਿਹੜੀਆਂ ਧਾਰਾਵਾਂ ਸ਼ੁਰੂ ਤੋਂ ਲੱਗੀਆਂ ਸੀ। ਐਕਚੁਅਲੀ ਨਾ ਆਪਾਂ ਥੋੜਾ ਇਹਦੇ ਚ ਬੈਕ ਤੇ ਜਾਈਏ ਤਾਂ ਇਹ 27 ਦਸੰਬਰ 1988 ਨੂੰ FIR ਰਜਿਸਟਰਡ ਹੋਈ ਔਨ ਦੀ ਬੇਸਿਸ ਆਫ ਸਟੇਟਮੈਂਟ ਆਫ 1 ਜਸਵਿੰਦਰ ਸਿੰਘ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ FIR ਰਜਿਸਟਰ ਹੁੰਦੀ ਹੈ ਅੰਡਰ ਸੈਕਸ਼ਨ 304 ਐਂਡ 34 IPC, ਯਾਨੀ ਕਿ ਕੈਪੇਬਲ ਹੋਮਿਸਾਈਡ ਵਿਦ ਕਾਮਨ ਇੰਟੈਂਸ਼ਨ। ਤਾਂ ਫਿਰ ਉਹਦਾ ਜਿਹੜਾ ਹੈਗਾ ਪੁਲਿਸ ਚਾਰਜ ਸ਼ੀਟ ਪੇਸ਼ ਕਰਦੀ ਹੈ ਆਫਟਰ ਨੀਅਰ ਅਬਾਊਟ 8 ਮੰਥ ਅਗੇਂਸਟ ਜਿਹੜਾ ਨਵਜੋਤ ਸਿੱਧੂ ਦੇ ਖਿਲਾਫ ਨਹੀਂ ਪੇਸ਼ ਕਰਦੀ, ਅਗੇਂਸਟ ਜਿਹੜਾ ਸੈਕੰਡ ਰਿਸਪੌਂਡ ਨੰਬਰ 2 ਹੈ ਇਨ ਦੀ ਜਜਮੈਂਟ ਆਫ ਸੁਪਰੀਮ ਕੋਰਟ ਆਰਡਰ ਉਹਦੇ ਖਿਲਾਫ ਫਾਈਲ ਕਰਦੀ ਹੈ। ਤਾਂ ਫਿਰ ਉਸ ਤੋਂ ਬਾਅਦ ਇਹਨੂੰ ਜਿਹੜੇ ਦੋਸਤ ਨਾਲ ਸੀ ਨਵਜੋਤ ਸਿੱਧੂ ਦੇ, ਨਹੀਂ 2 ਨਹੀਂ 1, ਤੇ ਫਿਰ ਉਸ ਤੋਂ ਬਾਅਦ ਇਹਦੇ ਸ਼੍ਰੀ ਨਵਜੋਤ ਸਿੰਘ ਸਿੱਧੂ ਨੂੰ ਅੰਡਰ ਸੈਕਸ਼ਨ 319 CRPC ਚ ਜਿਹੜਾ ਹੈਗਾ ਉਹਨੂੰ ਸੰਮਨ ਹੁੰਦਾ। ਈਵਨ ਇਹਦੇ ਵਿੱਚ ਇੱਕ ਜਿਹੜਾ ਵਿਕਟਮ ਧਿਰ ਸੀਗੀ ਉਹਨਾਂ ਨੇ ਇੱਕ ਪ੍ਰਾਈਵੇਟ ਕੰਪਲੇਂਟ ਵੀ ਪਹਿਲਾਂ ਫਾਈਲ ਕੀਤੀ ਸੀਗੀ ਪੈਰਲਰੀ। ਫਿਰ ਉਹਦੇ ਜਿਹੜਾ ਚਾਰਜ ਫਰੇਮ ਹੁੰਦਾ ਹੈ, ਚਾਰਜ ਫਰੇਮ ਮਤਲਬ ਹੁੰਦਾ ਇਨੀਸ਼ੀਅਲੀ ਤਾਂ ਉਹ 323 ਤੇ 34 IPC ਚ ਚਾਰਜ ਫਰੇਮ ਹੁੰਦਾ। ਤੇ ਉਹਨਾਂ ਨੂੰ ਜਿਹੜੀ ਥਰਡੀ ਸੈਸ਼ਨ ਕੋਰਟ ਹੈ 22/9/1999 ਨੂੰ ਉਹਨਾਂ ਨੂੰ ਇਕਵਿਟ ਕਰ ਦਿੰਦੀ ਹੈ ਦੋਨਾਂ। ਤਾਂ ਉਹਦੇ ਅਗੇਂਸਟ ਸਟੇਟ ਤੇ ਵਿਕਟਮ ਦੋਨੇ ਜਿਹੜੀਆਂ ਹਾਈ ਕੋਰਟ ਚ ਅਪੀਲ ਫਾਈਲ ਕਰਦੀਆਂ। ਤਾਂ ਹਾਈ ਕੋਰਟ ਨੇ ਜਿਹੜੀ ਜਜਮੈਂਟ ਹੈ ਉਹ ਨਵਜੋਤ ਸਿੱਧੂ ਜੀ ਦੇ ਖਿਲਾਫ ਦਿੱਤੀ ਔਰ ਉਹਨਾਂ ਨੂੰ ਕਨਵਿਕਟ ਕੀਤਾ ਅੰਡਰ ਸੈਕਸ਼ਨ 304 ਔਰ 34 IPC ਕਰਕੇ ਕਨਵਿਕਟ ਕਰਤਾ ਇਹਨਾਂ ਨੂੰ ਦਸੰਬਰ 2006 ਸੈਸ਼ਨ ਕੋਰਟ ਬਰੀ ਕਰ ਦਿੰਦੀ ਹੈ। ਫਿਰ ਪੀੜਤ ਪਰਿਵਾਰ ਹਾਈ ਕੋਰਟ ਜਾਂਦਾ ਤੇ ਹਾਈ ਕੋਰਟ ਸਜ਼ਾ ਸੁਣਾ ਦਿੰਦਾ। ਪੀੜਤ ਪਰਿਵਾਰ ਨਾਲ ਸਟੇਟ ਵੀ ਜਾਂਦਾ ਇਹਦੇ ਚ ਰਿਵੀਜ਼ਨ ਅਪੀਲ ਚ। ਹਾਂਜੀ, ਤਾਂ ਫਿਰ ਉਸ ਤੋਂ ਬਾਅਦ ਹਾਈ ਕੋਰਟ ਨੇ ਜਦੋਂ ਇਹਨੂੰ ਮਤਲਬ ਆਰਡਰ ਜਦੋਂ SLP ਦਾਇਰ ਕਰੀ ਜਾਂਦੀ ਹੈ ਸਿੱਧੂ ਸਾਹਿਬ ਕਨੀਓ ਜਿਹੜਾ ਹੈਗਾ ਅਪੀਲ ਫਾਈਲ ਕੀਤੀ ਜਾਂਦੀ ਹੈ ਅਗੇਂਸਟ ਦੀ ਜਜਮੈਂਟ ਆਫ ਹਾਈ ਕੋਰਟ। ਤਾਂ ਉਹ ਹਾਈ ਕੋਰਟ ਦੇ ਜਜਮੈਂਟ ਨੂੰ ਐਨਾਲਾਈਜ਼ ਕਰਨ ਵੇਲੇ ਜਿਹੜਾ ਹੈਗਾ ਸੁਪਰੀਮ ਕੋਰਟ ਜਿਹੜੀ ਹੈਗੀ ਆਨਰੇਬਲ ਸੁਪਰੀਮ ਕੋਰਟ ਇਹ ਅਬਜ਼ਰਵ ਕਰਦੀ ਹੈ ਵੀ ਇਹਦੇ ਚ ਜਿਹੜਾ ਕਾਜ਼ ਆਫ ਡੈਥ ਸਟ੍ਰੇਨ ਨਹੀਂ ਹੋ ਰਿਹਾ
ਔਰ ਈਵਨ ਜਿਹੜਾ ਮਤਲਬ ਪੈਰਾ ਇਹਦੇ ਚ ਕਲੀਅਰਲੀ ਜਿਹੜਾ ਆਬਜ਼ਰਵ ਕਰਦੀ ਹੈ ਵੀ ਜਿਹੜਾ ਇਹ ਹੈਮਰੇਜ ਜਿਹੜੀ ਹੈਗੀ ਹੈ ਡੈਥ ਨਹੀਂ ਗੀ ਡਿਊ ਟੂ ਹੈਮਰੇਜ ਨਹੀਂ ਹੈ, ਇਹ ਕਾਰਡਿਕ ਅਰੈਸਟ ਨਾਲ ਜਿਹੜੀ ਡੈਥ ਹੋਈ ਹੈ। ਕਿਉਂਕਿ ਜਿਹੜਾ ਉਹਦੀ ਪੈਥੋਲੋਜੀ ਰਿਪੋਰਟ ਸੀਗੀ, ਜਿਹੜੀ ਪੈਥੋਲੋਜੀ ਰਿਪੋਰਟ ਸੀ, ਪੈਥੋਲੋਜੀ ਰਿਪੋਰਟ ਦੇ ਅਕੋਰਡਿੰਗਲੀ ਜਿਹੜਾ ਡਿਸੀਜ਼ ਦਾ ਹਾਰਟ 'ਚ ਨੰਬਰ ਆਫ ਅਬਨੋਰਮੈਲਿਟੀ ਪਾਈਆਂ ਗਈਆਂ ਸੀ, ਪਰ ਜਿਹੜੀਆਂ ਮਤਲਬ ਉਸ ਦੀ ਜੇ ਆਪਾਂ ਗੱਲ ਕਰ ਲਈਏ ਕੋਈ ਬ੍ਰੇਨ ਮੈਟਰ 'ਚ ਕੋਈ ਜਿਵੇਂ ਕਹਿ ਦਈਏ ਵੀ ਕੁਝ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਅਬਨੋਰਮੈਲਿਟੀ ਨਹੀਂ ਪਾਈ ਗਈ ਸੀ ਪੈਥੋਲੋਜੀ ਰਿਪੋਰਟ 'ਚ, ਤਾਂ ਇਹਦੇ 'ਚ ਜਿਹੜਾ ਕਾਜ਼ ਆਫ ਡੈਥ ਜਿਹੜਾ ਅਸਟ੍ਰੇਨ ਨਹੀਂ ਹੋਇਆ ਸੀ ਵੀ ਇਹਦੀ ਡੈਥ ਜਿਹੜੀ ਹੈਗੀ ਹੈ ਗੁਰਨਾਮ ਸਿੰਘ ਦੀ ਕਿਸ ਕਾਰਨ ਹੋਈ। ਤਾਂ ਹੁਣ ਜੇ ਆਪਾਂ ਡਾਕਟਰ ਵੀ ਮਤਲਬ ਇੱਕ ਸਿੱਟੇ ਤੇ ਨਹੀਂ ਪਹੁੰਚ ਸਕੇ। ਹਾਂਜੀ, ਜੇ ਮੋਟੇ ਰੂਪ 'ਚ ਆਪਾਂ ਸੈਕਸ਼ਨ 299 ਦੀ ਗੱਲ ਕਰੀਏ ਆਈਪੀਸੀ ਦੀ, ਤਾਂ ਉਹਦੇ 'ਚ ਕੀ ਹੈ ਕਿ ਕੈਪੇਬਲ ਹੋਮਿਸਾਈਡ ਨੂੰ ਐਕਸਪਲੇਨ ਕੀਤਾ ਹੋਇਆ, ਜਿਹਦੀ ਕਿ ਪਨਿਸ਼ਮੈਂਟ 304 ਦੇ ਵਿੱਚ ਦਿੱਤੀ ਹੋਈ ਹੈ। ਤਾਂ ਜੇ 299 ਦੀ ਆਪਾਂ ਗੱਲ ਕਰੀਏ ਤਾਂ ਉਹਦੇ 'ਚ ਕੀ ਹੈ ਕਿ ਇੱਕ ਮਤਲਬ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਕਿਸੇ ਨੂੰ ਨੌਲੇਜ ਨਾ ਹੋਵੇ, ਆਪਾਂ ਇੰਟੈਂਸ਼ਨ ਨਾ ਹੋਵੇ ਸੌਰੀ ਮਾਰਨ ਦੀ, ਵੀ ਆਪਾਂ ਇੱਕ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਆਪਾਂ ਉਹਦੇ ਮਾਰ ਦਈਏ ਤੇ ਆਪਾਂ ਨੂੰ ਨੌਲੇਜ ਹੋਵੇ ਵੀ ਇਹਦੇ ਮਾਰੇ ਨਾਲ ਉਹਦੀ ਮੌਤ ਹੋ ਸਕਦੀ ਹੈ, ਤਾਂ ਦੈਨ ਉਹ 299 ਹੈ, ਕੈਪੇਬਲ ਹੋਮਿਸਾਈਡ ਹੈ। ਬਟ ਐਸ ਕੇਸ ਦੇ ਵਿੱਚ ਕਿਤੇ ਵੀ ਫਾਈਲ ਉਹਦੇ ਵਾਸਤੇ ਬਹੁਤ ਜਿਹੜੀ ਕੈਪੇਬਲ ਹੋਮਿਸਾਈਡ ਵਾਸਤੇ ਕਾਜ਼ ਆਫ ਡੈਥ ਬਹੁਤ ਜ਼ਰੂਰੀ ਹੈ ਵੀ ਕਾਜ਼ ਆਫ ਡੈਥ ਕੀ ਹੈ, ਬਟ ਇਹਦੇ 'ਚ ਕਾਜ਼ ਆਫ ਡੈਥ ਕਿਤੇ ਵੀ ਡਿਕਲੇਅਰਡ ਨਹੀਂ ਸੀਗਾ। ਫਿਰ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਫਰਸਟ ਆਬਜ਼ਰਵੇਸ਼ਨ ਦਿੱਤੀ ਨਾ, ਉਹਦੇ ਵਿੱਚ ਕਲੀਅਰ ਕੀਤਾ ਵੀ ਇਹ ਕੇਸ ਸਿੰਪਲ ਹਰਟ ਦਾ ਕੇਸ ਹੈ, ਇਟਸ ਨਾਟ ਅ ਕੇਸ ਆਫ ਕੈਪੇਬਲ ਹਿਊਮੋਸਾਈਡ। ਠੀਕ ਹੈ, ਕਿਉਂਕਿ ਜਿਹੜਾ ਸਬਡੂਰਲ ਹੈਮਰੇਜ ਨਾਲ ਇਹਦੀ ਮੌਤ ਨਹੀਂ ਹੋਈ ਹੈ, ਵੀ ਜਿਵੇਂ ਹਾਈ ਕੋਰਟ ਨੇ ਓਪੀਨੀਅਨ ਦਿੱਤਾ ਸੀ ਵੀ ਇਹ ਸਬ ਡੂਰਲ ਹੈਮਰੇਜ ਦੇ ਨਾਲ ਉਹਦੀ ਮੌਤ ਹੋਈ ਹੈ, ਉਹ ਤੋਂ ਸੁਪਰੀਮ ਕੋਰਟ ਜਿਹੜੇ ਫਰਸਟ ਆਰਡਰ ਦੇ ਵਿੱਚ ਟੋਟਲੀ ਡਿਸਐਗਰੀਡ ਹੋ ਗਈ, ਉਹਨੂੰ ਟੋਟਲੀ ਜਿਹੜਾ ਹੈਗਾ ਸੈਟ ਅਸਾਈਡ ਕਰਤੀ ਉਹਨਾਂ ਦੀ ਜਿਹੜੀ ਕੰਟੈਂਸ਼ਨ ਸੀ ਹਾਈ ਕੋਰਟ ਦੀ। ਸਿੱਧਾ ਮੰਨਿਆ ਜਾਏ ਤਾਂ ਹਾਈ ਕੋਰਟ ਨੇ ਮਤਲਬ 299 ਤੇ 304 ਦੇ ਤਹਿਤ ਸਜ਼ਾ ਸੁਣਾਈ। ਹਾਂਜੀ ਬਿਲਕੁਲ 304 ਦੇ ਤਹਿਤ ਈਵਨ ਉਹਨਾਂ ਨੇ ਦੋਨੇ ਜਿਹੜੇ ਰਿਸਪੋਂਡੈਂਟ ਸੀਗੇ ਸੁਪਰੀਮ ਕੋਰਟ ਦੇ, ਦੋਨਾਂ ਨੂੰ ਸਜ਼ਾ ਸੁਣਾਈ ਸੀ। ਬਟ ਸੁਪਰੀਮ ਕੋਰਟ ਨੇ ਇੱਕ ਹੋਰ ਉਸ ਤੋਂ ਅੱਗੇ ਆਬਜ਼ਰਵੇਸ਼ਨ ਦਿੱਤੀ ਵੀ ਕਾਮਨ ਇੰਟੈਂਸ਼ਨ ਵੀ ਇਸ ਕੇਸ ਦੇ ਵਿੱਚ ਨਹੀਂ ਪਾਈ ਗਈ। ਕਾਮਨ ਇੰਟੈਂਸ਼ਨ ਵੀ ਕਿਸੇ ਦੀ ਮੀਅਰ ਪ੍ਰੈਜ਼ੈਂਸ ਆਫ ਰਿਸਪੋਂਡੈਂਟ ਵਿਦ ਦੀ ਰਿਸਪੋਂਡ ਨੰਬਰ 1 ਵਾਸ ਨਾਟ ਸਫੀਸ਼ੀਐਂਟ ਟੂ ਦੀ ਰਿਜ਼ਲਟ ਆਫ ਕਾਮਨ ਇੰਟੈਂਸ਼ਨ। ਵੀ ਉਹਨਾਂ ਦਾ ਕੋਈ ਮਤਲਬ ਇਹ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਨੇ ਆਬਜ਼ਰਵ ਕੀਤਾ ਵੀ ਜੇ ਉਹ ਬੰਦਾ ਉੱਥੇ ਹਾਜ਼ਰ ਸੀ ਤਾਂ ਉਹਦਾ ਇਹ ਨਹੀਂ ਮੰਨ ਲਿਆ ਜਾਣਾ ਵੀ ਉਹਦੀ ਇੰਟੈਂਸ਼ਨ ਜਿਹੜੀ ਸੀਗੀ ਕਾਮਨ ਇੰਟੈਂਸ਼ਨ ਸੀਗੀ ਵੀ ਉਹਦੇ ਨਾਲ ਉਹਦੇ ਸੱਟ ਮਾਰਨ ਦੀ। ਤਾਂ ਸੋ ਜਿਹੜਾ ਹੈਗਾ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਪਹਿਲੀ ਜੱਜਮੈਂਟ ਦੇ ਵਿੱਚ ਇਹਨੂੰ ਸਿੰਪਲ ਹਰਟ ਦੇ ਕੇਸ ਵਿੱਚ ਸਜ਼ਾ ਕੀਤੀ। ਹੁਣ ਆਪਾਂ ਜੇ ਸਿੰਪਲ ਹਰਟ ਨੂੰ ਸਮਝਣਾ ਹੋਵੇ 323 ਕੀ ਕਹਿੰਦਾ, 323 ਦੇ ਵਿੱਚ ਆਪਾਂ ਨੂੰ ਸਜ਼ਾ ਹੋਈ ਹੈ ਸਿੰਪਲ ਹਰਟ। 323 ਕਿੱਥੋਂ ਐਡ ਹੋ ਜਾਂਦੀ ਹੈ ਫਿਰ ਖੋਸਾ ਸਾਹਿਬ? 323 ਕਿੱਦਾਂ ਐਡ ਹੋ ਜਾਂਦੀ ਹੈ ਫਿਰ ਸੁਪਰੀਮ ਕੋਰਟ 'ਚ? ਨਹੀਂ ਉਹ ਤਾਂ ਐ ਹੈ ਨਾ, ਦੇਖੋ ਜਦੋਂ ਆਪਾਂ ਐਡ ਇਹ ਕੋਰਟ ਦੀ ਪਾਵਰ ਹੈ, ਜਦੋਂ ਉਹਨੇ ਦੇਖਣਾ ਵੀ ਇਹ ਅਫੈਂਸ ਨਹੀਂ ਬਣਦਾ ਤਾਂ ਕੋਰਟ ਐਨੀ ਟਾਈਮ ਅਲਟਰ ਕਰ ਸਕਦੀ ਹੈ, ਐਨੀ ਟਾਈਮ ਐਡੀਸ਼ਨ ਕਰ ਸਕਦੀ ਹੈ, ਐਨੀ ਟਾਈਮ ਐਡ ਕਰ ਸਕਦੀ ਹੈ ਅਫੈਂਸ ਨੂੰ। ਹਾਂ ਬਿਲਕੁਲ, ਜੇ ਜੋ ਫਾਈਲ ਤੇ ਐਵੀਡੈਂਸ ਹੈਗਾ ਉਹਦੇ ਅਕੋਰਡਿੰਗਲੀ ਕੋਰਟ ਨੂੰ ਲੱਗਦਾ ਵੀ ਇਹ ਕੇਸ ਇਹ ਮਰਡਰ ਦਾ ਹੈ ਤਾਂ ਉਹਨਾਂ ਨੇ ਮਰਡਰ ਵਾਲੇ ਪਾਸੇ ਲੈ ਜਾਣਾ। ਉਹਨਾਂ ਨੂੰ ਹਾਂ ਬਿਲਕੁਲ, ਇਹ ਕੋਰਟ ਦੇਖੋ ਕੋਰਟ ਕੋਲੇ ਇਹ ਪਾਵਰ ਹੈ। ਤਾਂ ਕੋਰਟ ਨੇ ਅਬਜ਼ਰਵ ਕੀਤਾ ਵੀ ਇਹ ਦਿਸ ਇਜ਼ ਨਾਟ ਅ ਕੇਸ ਆਫ ਕੈਪੇਬਲ ਹਿਊਮੋਸਾਈਡ, ਦਿਸ ਇਜ਼ ਅ ਕੇਸ ਆਫ ਹਰਟ। ਤਾਂ ਉਹਨੂੰ 323 ਜਿਹੜੀ ਸਜ਼ਾ ਕੀਤੀ ਕੱਲੇ ਨਵਜੋਤ ਸਿੰਘ ਸਿੱਧੂ ਨੂੰ। ਤਾਂ ਉਸ ਤੋਂ ਬਾਅਦ ਆਪਾਂ 323 ਨੂੰ ਸਮਝੀਏ। 323 ਵਿੱਚ ਕੀ ਹੈ, 323 ਦੇ ਵਿੱਚ ਜਿਹੜੀ ਕਨਵਿਕਸ਼ਨ ਦਿੱਤੀ ਹੈ ਉਹਦੇ ਚ ਮੇ ਐਕਸਟੈਂਡ ਟੂ 1 year ਔਰ ਫਾਈਨ ਔਰ ਬੋਥ, ਕਿ ਜਾਂ ਤਾਂ ਉਹਨੂੰ 1 ਸਾਲ ਸਜ਼ਾ ਕਰ ਦੋ, ਇੱਕ ਸਾਲ ਤੱਕ, ਜਾਨੀ ਜ਼ਰੂਰੀ ਨਹੀਂ ਵੀ 1 ਸਾਲ ਹੀ ਕਰਨੀ ਆ, 1 ਮਹੀਨਾ ਵੀ ਹੋ ਸਕਦੀ ਹੈ, 2 ਮਹੀਨੇ ਵੀ ਹੋ ਸਕਦੀ ਹੈ, 3 ਮਹੀਨੇ 6 ਮਹੀਨੇ ਵੀ ਹੋ ਸਕਦੀ ਹੈ, ਜਾਂ ਮਤਲਬ ਫਾਈਨ ਵੱਧ ਤੋਂ ਵੱਧ 1 ਸਾਲ ਹੈ, ਵੱਧ ਤੋਂ ਵੱਧ 1 ਸਾਲ ਤੱਕ ਹੋ ਸਕਦੀ ਹੈ। 1 ਸਾਲ ਤੇ 1000 ਰੁਪਇਆ ਜੁਰਮਾਨਾ, ਵੱਧ ਤੋਂ ਵੱਧ ਹੈ ਇਹ ਸਜ਼ਾ। ਹਾਂਜੀ, ਪਰ ਪਹਿਲੇ ਆਰਡਰ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਮਤਲਬ ਜਿਹੜੀ ਸੈਕਿੰਡ ਚ ਉਹਨਾਂ ਨੂੰ 1000 ਰੁਪਇਆ, ਤੁਸੀਂ ਜਿਹੜਾ ਪਹਿਲਾਂ ਕਿਹਾ ਸੀ ਨਾ ਵੀ ਸੁਪਰੀਮ ਕੋਰਟ ਨੇ ਪਹਿਲਾਂ ਬਰੀ ਕਰਤਾ, ਨਹੀਂ ਬਰੀ ਨਹੀਂ ਕੀਤਾ ਸੀਗਾ।
1000 ਰੁਪਇਆ ਜੁਰਮਾਨਾ ਕਰਕੇ ਉਹਨਾਂ ਨੂੰ ਜੁਰਮਾਨਾ ਕਨਵਿਕਟ ਹੀ ਲਗਾਤਾ। ਕੀਤਾ ਸੀਗਾ। 1000 ਠੀਕ ਰੁਪਇਆ ਹੈ। ਜੁਰਮਾਨਾ ਲਗਾਇਆ ਸੀਗਾ। ਤਾਂ ਉਹ ਠੀਕ ਆਪਾਂ ਹੈ, ਉਹਨੂੰ ਜਿਹੜੀ ਉਸ ਦੋਸ਼ੀ ਜਜਮੈਂਟ ਨੂੰ ਪਹਿਲਾਂ ਆਪਾਂ ਵੀ ਮੰਨੇ acquitted ਗਏ, ਨਹੀਂ ਕਰ ਦੋਸ਼ੀ ਸਕਦੇ। ਪਹਿਲਾਂ ਵੀ, ਇਹ ਜ਼ਰੂਰ ਹੈ ਵੀ ਹਾਈ ਦੋਸ਼ੀ ਕੋਰਟ ਦੀ ਪਹਿਲਾਂ ਵੀ ਜਜਮੈਂਟ ਮੰਨੇ ਗਏ ਪਹਿਲੇ ਸੀ। ਹੂੰ ਮੈਂ ਮਾੜਾ ਜਿਹਾ ਐਕਸਪਲੇਨ ਕਰਦਾ। ਜਿਹੜੇ ਜੀ। ਮਾਨਯੋਗ ਹਾਈ ਕੋਰਟ ਦੀ ਜਜਮੈਂਟ ਸੀਗੀ, ਪਹਿਲੇ ਆਰਡਰ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਉਹਨੂੰ ਸੈਟ ਸਾਈਡ ਕਰਤਾ। ਸੈਟ ਸਾਈਡ ਠੀਕ ਹੈ। ਕਰਕੇ ਇਹ ਕਰਤਾ ਵੀ ਦਿਸ ਇਜ਼ ਨਾਟ ਅ ਕੇਸ ਆਫ ਕੈਪੇਬਲ ਹਿਊਮੋਸਾਈਡ, ਦਿਸ ਇਜ਼ ਅ ਕੇਸ ਆਫ ਸਿੰਪਲ ਹਾਰਟ। ਤਾਂ ਸਿੰਪਲ ਹਾਰਟ ਦੇ ਵਿੱਚ ਸਿੱਧੂ ਸਾਹਿਬ ਨੂੰ 1000 ਰੁਪਏ ਜੁਰਮਾਨਾ ਕਰਕੇ ਉਹਨਾਂ ਨੂੰ ਕਨਵਿਕਟ ਕਰਤਾ, ਬਰੀ ਨਹੀਂ ਕੀਤਾ ਉਦੋਂ। ਫਿਰ ਕੀ ਹੋਇਆ ਕਿ ਵਿਕਟਮ ਨੇ ਰਿਵਿਊ ਪਟੀਸ਼ਨ ਪਾਈ। ਰਿਵਿਊ ਪਟੀਸ਼ਨ ਪਾਈ ਵੀ ਇਹਨੂੰ ਸੈਂਟੈਂਸ ਘੱਟ ਹੋਈ ਹੈ ਇਹਨਾਂ ਨੂੰ, ਤੇ ਉਹਦੀ ਰਿਵਿਊ ਪਟੀਸ਼ਨ ਚ ਸੀਗੀ ਜਿਹੜੀ ਫਾਈਲ ਕੀਤੀ 2018 ਚ। 2018 ਦੇ ਵਿੱਚ ਜਦੋਂ ਰਿਵਿਊ ਪਟੀਸ਼ਨ ਫਾਈਲ ਕੀਤੀ, ਉਹ ਹੀਅਰਿੰਗ ਤੇ ਆਈ। ਤਾਂ ਹੀਅਰਿੰਗ ਦੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਕਾਫੀ ਜਿਹੜੀਆਂ ਜਜਮੈਂਟਸ ਜਿਹੜੀਆਂ ਹੈਗੀਆਂ ਕੋਡ ਕੀਤੀਆਂ ਔਰ ਹੋਰ ਐਗਜ਼ਾਮਪਲ ਦਿੱਤੀਆਂ। ਤਾਂ ਮੇਨ ਜਿਹੜਾ ਜਜਮੈਂਟ ਹੈਗੀ ਹੈ ਜਿਹੜੀ ਅੱਜ ਵਾਲੀ, ਇਹ ਮੇਨ ਜਿਹੜੀ ਹੈਗੀ ਪ੍ਰਿੰਸੀਪਲ ਆਫ ਪ੍ਰਪੋਰਸ਼ਨੈਲਿਟੀ ਤੇ ਜਿਹੜੀ ਹੈਗੀ ਹੈ ਆਧਾਰਿਤ ਹੈ। ਸੈਕਿੰਡ ਹੈਗੀ ਹੈ ਜਿਹੜੀ ਮਤਲਬ ਅਨਡਿਊ ਸਿੰਪਥੀ ਦੇ, ਜਿਵੇਂ ਆਪਾਂ ਕਹਦੇ ਅਨਡਿਊ ਸਿੰਪਥੀ ਨਹੀਂ, ਜਿਵੇਂ ਕਹਿ ਦਈਏ ਵੀ would be more harm to the justice system। ਜਿਵੇਂ ਸਿੰਪਥੀ ਦੀ ਆਪਾਂ ਮਤਲਬ ਇਹ ਵੀ ਅਬਜ਼ਰਵ ਕੀਤਾ ਵੀ ਜਿਹੜੀ ਅਨਡਿਊ ਸਿੰਪਥੀ ਆ ਉਹਦੇ ਨਾਲ ਜਿਹੜਾ ਹੈਗਾ ਜਸਟਿਸ ਸਿਸਟਮ ਨੂੰ ਹਾਰਮ ਹੁੰਦਾ। ਬਟ ਅਨਡਿਊ ਸਿੰਪਥੀ ਜਿਹੜੀ ਹੈਗੀ ਹੈ, ਜੇ ਉਹਨੂੰ ਆਪਾਂ ਸਮਝ ਲਈਏ ਤਾਂ ਅਨਡਿਊ ਸਿੰਪਥੀ ਤਾਂ ਇਹ ਵੀ ਕਹਿ ਸਕਦੇ ਆ ਵੀ ਪਿਛਲੇ 34 ਸਾਲਾਂ ਤੋਂ ਕੌਣ ਹੁਣ ਵਿਕਟਮੋਲੋਜੀ ਨੂੰ ਆਪਾਂ ਦੇਖ ਲਈਏ ਤਾਂ ਪਿਛਲੇ 34 ਸਾਲਾਂ ਤੋਂ ਵਿਕਟਮ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਵਿਕਟਮ ਕੌਣ ਹੈ? ਵਿਕਟਮ ਤਾਂ ਉਹ ਵੀ ਵਿਕਟਮ ਹੈ ਜਿਸ ਤੇ ਇੰਜਰੀਜ਼ ਕਾਜ਼ ਹੋਈਆਂ ਸੀ, ਤੇ ਉਹਦੇ ਜਿਹੜਾ ਹੈਗਾ ਉਹ ਵੀ ਵਿਕਟਮ ਹੈ। ਤੇ ਸੈਕੰਡ ਟਾਈਮ ਤੇ ਜੇ ਉਹ ਦੇਖਿਆ ਜਾਵੇ ਪਿਛਲੇ 34 ਸਾਲਾਂ ਤੋਂ ਵਿਕਟਮ ਤਾਂ ਨਵਜੋਤ ਸਿੱਧੂ ਵੀ ਹੈ, ਕਿਉਂਕਿ ਉਹ ਵੀ ਪਿਛਲੇ 34 ਸਾਲਾਂ ਤੋਂ ਫੇਸ ਕਰਦੇ ਆ ਰਹੇ ਨੇ। ਹੁਣ ਜਿਹੜੀ ਅਨਡਿਊ ਸਿੰਪਥੀ ਵਾਲੀ ਮਤਲਬ ਜਿਹੜੀ ਜਜਮੈਂਟ ਦੇ ਵਿੱਚ ਆਬਜ਼ਰਵੇਸ਼ਨ ਹੈ, ਤਾਂ ਇਹਦੇ ਚ ਕੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਅਬਜ਼ਰਵ ਕੀਤਾ ਵੀ would do more harm to the justice system and undermine the public confidence in the efficiency of law। ਹੁਣ efficiency of law ਕੀ ਹੈ? efficiency of law will not delay in justice। ਹੁਣ 1988 ਦਾ ਮਸਲਾ, 1988 ਤੋਂ ਲੈ ਕੇ 34 ਸਾਲ ਹੋ ਗਏ, ਤੇ ਜਸਟਿਸ ਤਾਂ ਉਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਉਹਨੇ ਮਿਲਣਾ ਚਾਹੀਦਾ ਸੀਗਾ। ਹੁਣ ਇਹ 34 ਸਾਲਾਂ ਬਾਅਦ ਜਿਹੜਾ ਉਹਨਾਂ ਨੂੰ ਜਸਟਿਸ ਮਿਲਿਆ ਕਿ ਉਹਨਾਂ ਦੇ ਤੀਸਰੀ ਜਨਰੇਸ਼ਨ ਆ ਚੁੱਕੀ ਹੈ। ਨਾ ਕਿ ਤੁਸੀਂ ਇਹ ਦੇਖੋ ਜਿਹੜੇ ਜਸਵਿੰਦਰ ਸਿੰਘ ਸੀ ਜਿਹੜਾ ਕੰਪਲੇਨੈਂਟ ਆਫ ਦਿਸ ਕੇਸ ਸੀ, ਉਹਦੀ ਵੀ ਡੈਥ ਹੋ ਗਈ ਹੈ। ਤਾਂ ਉਹਦੇ ਜਿਹੜੇ ਲੀਗਲ ਹਾਇਰ ਸੀ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ। ਤਾਂ ਹੁਣ ਇਹ ਤਾਂ ਕਲੀਅਰ ਕੱਟ ਹੈਗਾ ਜਿਹੜਾ ਅਨਡਿਊ ਸਿੰਪਥੀ ਜਿਹੜੀ ਹੈਗੀ ਆ ਉਹਦੇ ਚ ਜਿਹੜਾ ਇਹ ਜ਼ਿਆਦਾ ਜ਼ੋਰ ਦਿੱਤਾ ਜਜਮੈਂਟ ਚ। ਫਿਰ ਸੈਕਿੰਡ ਜਿਹੜਾ ਆਪਾਂ ਜੇ ਗੱਲ ਕਰ ਲਈਏ ਪ੍ਰਿੰਸੀਪਲ ਆਫ ਪ੍ਰਪੋਰਸ਼ਨੈਲਿਟੀ, ਦਾ ਪ੍ਰਪੋਰਸ਼ਨ ਬਿਟਵੀਨ ਦ ਸੀਰੀਅਸਨੈਸ ਆਫ ਕ੍ਰਾਈਮ ਐਂਡ ਪਨਿਸ਼ਮੈਂਟਸ, ਹਨਾ। ਤਾਂ ਉਸ ਤੇ ਆਪਾਂ ਦੇਖਿਆ ਜਾਈਏ ਤਾਂ ਉਹਦੀ ਸੀਰੀਅਸਨੈਸ ਹੁਣ ਜੇ ਗੱਲ ਕਰੀਏ ਤਾਂ ਕਿੱਥੇ ਪਤਾ ਲੱਗਦਾ ਵੀ ਉਹਦੀ ਸੀਰੀਅਸਨੈਸ, ਜਦੋਂ ਹੁਣ ਕਿਸੇ ਦੇ ਆਪਾਂ ਮਤਲਬ ਜਿਸੋਂ ਕਿਸੇ ਨਾਲ ਆਪਾਂ ਗੱਲ ਕਰ ਰਹੇ ਹਾਂ, ਹਨਾ, ਤਾਂ ਆਪਾਂ ਨੂੰ ਨਹੀਂ ਪਤਾ ਵੀ ਉਸ ਦਾ ਹਾਰਟ ਕਿਸ ਤਰ੍ਹਾਂ ਦਾ। ਤਾਂ ਉਹ ਮਤਲਬ ਕਿਸੇ ਗੱਲ ਕਰਨਾ ਕੋਈ ਰੋਣ ਲੱਗ ਜਾਂਦਾ ਹੈ, ਕਿਸੇ ਗੱਲ ਕਰਨਾ ਕੋਈ ਹੱਸਣ ਲੱਗ ਜਾਂਦਾ। ਤਾਂ ਇਸ ਨਾਲ ਇਹ ਨਹੀਂ ਗਾ ਵੀ ਉਹਨੂੰ ਹੁਣ ਮੰਨ ਲਓ ਉੱਥੇ ਕਹਿ ਦਈਏ ਵੀ ਉੱਥੇ ਜਿਹੜੀ ਮਤਲਬ ਪ੍ਰੋਵੋਕੇਸ਼ਨ ਹੋਈ ਹੈ, ਤਾਂ ਉੱਥੇ ਚ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਇਸੇ ਜਿਹੜਾ ਹੈਗਾ ਵੀ ਇਹਦੇ ਨਾਲ ਉਹਨਾਂ ਦੀ ਕੁਝ ਉਹਨਾਂ ਨੂੰ ਹਾਰਮ ਹੋ ਸਕਦਾ। ਜਿਹੜੀ ਗੱਲ ਹੈ ਧੱਕਾ ਮਾਰਾਂਗੇ, ਬਿਲਕੁਲ। ਹਾਂ, ਜਿਹੜੀ ਥਰਡ ਗੱਲ ਹੈ ਨਾ, ਥਰਡ ਗੱਲ ਜਿਹੜੀ ਜ਼ਿਆਦਾ ਜਿਹੜਾ ਇਸ ਜਜਮੈਂਟ ਦੇ ਵਿੱਚ ਜ਼ੋਰ ਦਿੱਤਾ ਗਿਆ ਹੈ ਵੀ ਇਸ ਦੇ ਵਿੱਚ ਜਿਹੜਾ ਆਪਦੇ ਤੋਂ ਦੁੱਗਣੀ ਉਮਰ ਦੇ ਬੰਦੇ ਨਾਲ ਇਹੋ ਜਿਹਾ ਵਿਵਹਾਰ ਕੀਤਾ ਗਿਆ, ਹਨਾ। ਉਹਦੇ ਚ ਕੀ ਸੀ ਵੀ ਜਿਹੜੇ ਡਿਸੀਜ਼ਡ ਗੁਰਨਾਮ ਸਿੰਘ ਸੀ ਉਹਦੀ 65 ਸਾਲ ਉਮਰ ਸੀ, ਤਾਂ ਇਹਨਾਂ ਦੀ ਜਿਹੜੀ 24-25 ਸਾਲ ਦੀ ਵੀ ਇੱਕ ਇਹ ਵੀ ਅਬਜ਼ਰਵ ਕੀਤਾ ਗਿਆ ਵੀ ਇੱਕ ਪੋਸਟਮੈਨ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਹਦੇ ਫੋਰਸ ਕਿੰਨਾ ਹੈ, ਤਾਂ ਉਹ ਆਪਦਾ ਫੋਰਸ ਯੂਜ਼ ਕਰਦਾ ਤਾਂ ਦੂਸਰੇ ਲਈ ਉਹ ਹਾਰਮ ਹੋ ਸਕਦਾ। ਇਸ ਚੀਜ਼ ਤੇ ਵੀ ਇਸ ਜਜਮੈਂਟ ਦੇ ਵਿੱਚ ਕਾਫੀ ਜਿਹੜਾ ਹੈਗਾ ਮਤਲਬ ਐਕਸਪਲੇਨ ਕੀਤਾ ਗਿਆ, ਹਨਾ। ਤਾਂ ਉਹ ਚੀਜ਼ਾਂ ਨੂੰ ਤੇ ਇਹ ਮਤਲਬ ਇਹ ਚੀਜ਼ਾਂ ਨੂੰ ਪੂਰਾ ਮਤਲਬ ਇਹ ਚਾਰ-ਪੰਜ ਚੀਜ਼ਾਂ ਦੇ ਆਧਾਰ ਤੇ ਜਜਮੈਂਟ। ਠੀਕ ਹੈ। ਸਵਾਲ ਹੁਣ ਪੈਦਾ ਹੋ ਰਹੇ ਨੇ ਕਿ ਪਹਿਲਾਂ ਇਸੇ ਮਤਲਬ ਸੁਪਰੀਮ ਕੋਰਟ ਦੇ ਵੱਲੋਂ ਹੀ ਪਹਿਲਾਂ ਸਿਰਫ 1000 ਦਾ ਜੁਰਮਾਨਾ ਕੀਤਾ ਜਾਂਦਾ ਹੈ, ਫਿਰ ਪਰਿਵਾਰ ਰਿਵਿਊ ਪਟੀਸ਼ਨ ਪਾਉਂਦਾ
ਤੇ ਫਿਰ ਕੋਰਟ ਰਿਵਿਊ ਪਟੀਸ਼ਨ ਐਕਸੈਪਟ ਵੀ ਕਰਦੀ ਹੈ। ਅਜਿਹੇ ਕਿੰਨੇ ਕੁ ਮਾਮਲੇ ਹੋਣਗੇ ਜਿਹੜੇ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਰਿਵਿਊ ਪਟੀਸ਼ਨ ਐਕਸੈਪਟ ਕਰਦੀ ਹੈ? ਤੁਹਾਡੇ ਜਾਣਕਾਰੀ ਦੇ ਵਿੱਚ ਕਿੰਨੀ ਕੁ ਵਾਰ ਹੋ ਜਾਂਦਾ ਇਹ, ਜਾਂ ਬਹੁਤ ਰੇਅਰਲੀ ਹੁੰਦਾ? ਰੇਅਰ ਕਹਿ ਸਕਦੇ ਆ, ਰੇਅਰ ਟੂ ਰੇਅਰ ਕਹਿ ਸਕਦੇ ਆ, ਕਿਉਂਕਿ ਮਤਲਬ ਰਿਵਿਊ ਪਟੀਸ਼ਨਸ ਵਾਸਤੇ ਮਤਲਬ ਉੱਥੇ ਆਪਾਂ ਦੇਖਣਾ ਵੀ ਮਤਲਬ ਰਿਵਿਊ ਪਟੀਸ਼ਨ ਵਾਸਤੇ ਕੋਰਟਸ ਕੋਲੇ ਲਿਮਿਟਡ ਜਿਹੜੀਆਂ ਮਤਲਬ ਉਹ ਹੁੰਦੀਆਂ। ਵੈਸੇ ਤਾਂ ਆਨਰੇਬਲ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਕੋਲੇ ਇਨਹੈਰੈਂਟਸ ਪਾਵਰਸ ਨੇ ਅੰਡਰ ਆਰਟੀਕਲ 142 ਆਫ ਕਨਸਟੀਟਿਊਸ਼ਨ ਆਫ ਇੰਡੀਆ, ਹਨਾ। ਬਟ ਜਿਹੜੀਆਂ ਰਿਵਿਊ ਪਟੀਸ਼ਨ ਹੈ, ਜਿਵੇਂ ਇੱਕ ਵਾਰੀ ਸੁਪਰੀਮ ਕੋਰਟ ਨੇ ਜਜਮੈਂਟ ਦੇਤੀ ਆਪਣੀ, ਉਹਦੇ ਜਜਮੈਂਟ ਦੇ ਵਿੱਚ ਉਹਨੂੰ ਕਨਵਿਕਸ਼ਨ ਕਰਤੀ, ਉਹ ਇੱਕ ਇਹ ਵੀ ਚੀਜ਼ ਡਿਸਕਸ ਕੀਤੀ ਗਿਆ ਵੀ ਆਫਟਰ ਪੈਸੇਜ ਆਫ ਟਾਈਮ ਨਾਲ ਕਿਸੇ ਨੂੰ ਮਤਲਬ ਇਹ ਨਹੀਂ ਕਰ ਸਕਦੇ ਵੀ ਉਹਨੂੰ ਮਤਲਬ ਉਹ ਜਿਹੜੀ ਪਹਿਲੀ ਜਜਮੈਂਟ ਸੀ ਉਹਦੇ ਚ ਇਹ ਲਿਖਿਆ ਸੀ ਵੀ ਇੰਨਾ ਟਾਈਮ ਹੋ ਗਿਆ ਤੇ ਇਹਨੂੰ ਮਤਲਬ ਕਾਫੀ 30 ਸਾਲਾਂ ਤੋਂ ਮਤਲਬ ਫੇਸ ਕਰਦੇ ਆ ਰਿਹਾ, ਇਸ ਕਰਕੇ ਇਹਨੂੰ ਫਾਈਨ ਕਰਕੇ ਛੱਡਿਆ ਜਾਵੇ। ਤਾਂ ਇਸ ਚੀਜ਼ ਨੂੰ ਰਿਵਿਊ ਪਟੀਸ਼ਨ ਦੇ ਵਿੱਚ ਕਾਫੀ ਡਿਸਕਸ ਕੀਤਾ ਗਿਆ ਵੀ ਉਹ ਜਿਹੜਾ ਹੈਗਾ ਵੀ ਪੈਸੇਜ ਆਫ ਟਾਈਮ ਨਾਲ ਇਹ ਨਹੀਂਗਾ ਵੀ ਕਿ ਜਸਟਿਸ ਜਿਹੜਾ ਹੈਗਾ ਮਤਲਬ ਨਹੀਂ ਉਹਨਾਂ ਨੂੰ ਜਿਹੜਾ ਵਿਕਟਮ ਨੂੰ ਜਸਟਿਸ ਨਹੀਂ ਦਿੱਤਾ। ਮੋਸਟਲੀ ਜਿਹੜਾ ਵਿਕਟਮਸ ਦੀ ਜ਼ਿਆਦਾ ਇਸ ਜਜਮੈਂਟ ਚ ਗੱਲ ਹੋਈ ਆ, ਵਿਕਟਮ ਜਿਹੜਾ ਇਸ ਜਜਮੈਂਟ ਦੇ ਵਿੱਚ ਮਤਲਬ ਬਣਾਇਆ ਗਿਆ ਉਹਨੂੰ ਇੰਜਰਡ ਪਲੱਸ ਜਿਹੜਾ ਕੰਪਲੇਨੈਂਟ ਨੂੰ ਬਣਾਇਆ ਗਿਆ। ਅਦਰਵਾਈਜ਼ ਜਿਹੜਾ ਵਿਕਟਮ ਤਾਂ ਬੋਥ ਸਾਈਡ ਹੈ, ਜੋ ਪਿਛਲੇ 34 ਸਾਲਾਂ ਤੋਂ ਫੇਸ ਕਰ ਰਿਹਾ, ਦੈਟ ਇਜ਼ ਆਲਸੋ ਕਾਲਡ ਐਜ਼ ਅ ਵਿਕਟਮ। ਹਾਂਜੀ ਜੀ ਜੇ ਰੇਅਰੈਸਟ ਟੂ ਰੇਅਰ ਤੁਸੀਂ ਕਹਿ ਰਹੇ ਹੋ ਕਿ ਇਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸੁਪਰੀਮ ਕੋਰਟ ਆਪਣੀ ਸੁਣਾਏ ਫੈਸਲੇ ਤੇ ਰਿਵਿਊ ਪਟੀਸ਼ਨ ਐਕਸੈਪਟ ਕਰਦੀ ਹੈ, ਕੀ ਅਜਿਹਾ ਸਿਰਫ ਇਸ ਕਰਕੇ ਹੋਇਆ ਕਿਉਂਕਿ ਇੱਕ ਨਵਜੋਤ ਸਿੰਘ ਸਿੱਧੂ ਵਰਗਾ VIP ਇਸ ਕੇਸ ਦੇ ਵਿੱਚ ਇਨਵੋਲਵ ਸੀ? ਜੇ ਸਧਾਰਨ ਦੋਨੋਂ ਪਾਸੇ ਸ਼ਾਇਦ ਵਿਅਕਤੀ ਹੁੰਦੇ, ਸ਼ਾਇਦ ਫਿਰ ਇਹ ਰਿਵਿਊ ਪਟੀਸ਼ਨ ਐਕਸੈਪਟ ਹੀ ਨਾ ਹੁੰਦੀ। ਦੇਖੋ ਇਹਦੇ ਚ ਮਤਲਬ ਇਸ ਤਰ੍ਹਾਂ ਨਹੀਂਗਾ, ਜਦੋਂ ਕਈ ਵਾਰੀ ਕੀ ਹੈ ਕਿ ਕੇਸ ਇਨੀਸ਼ੀਅਲ ਸਟੇਜ ਤੇ ਹੀ ਲਿਮਨੀ ਚ ਹੀ ਮਤਲਬ ਐਕਸੈਪਟ ਨਹੀਂ ਕੀਤੇ ਜਾਂਦੇ। ਜਿਹੜੇ ਮੋਸਟਲੀ ਕੇਸਿਸ ਹੈ ਲਿਮਨੀ ਚ ਹੀ ਜਦੋਂ ਪਹਿਲੀ ਸੁਣਵਾਈ ਹੁੰਦੀ ਹੈ ਉੱਥੇ ਹੀ ਉਹਨਾਂ ਨੂੰ ਰਿਜੈਕਟ ਕਰਦਾ। ਇਹ ਮਤਲਬ ਇਹ ਐਗਜ਼ਾਮਪਲ ਆਫ ਕੇਸਿਸ ਹੋਊਗਾ ਇਹ ਨਵਜੋਤ ਸਿੱਧੂ ਦਾ ਰੋਡ ਰੇਜ ਕੇਸ, ਹਨਾ, ਵੀ ਜਿਹੜਾ ਐਗਜ਼ਾਮਪਲ ਹੀ ਹੈ ਵੀ ਇਹ ਜਿਹੜਾ ਇਹਦੇ ਚ ਮਤਲਬ ਇਹਦੇ ਚ ਰਿਵਿਊ ਪਟੀਸ਼ਨ ਨੂੰ ਐਕਸੈਪਟ ਕੀਤਾ ਗਿਆ ਔਰ ਉਹਨੂੰ ਪਹਿਲਾਂ ਲਿਮਨੀ ਚ ਐਕਸੈਪਟ ਕੀਤਾ ਗਿਆ, ਫਿਰ ਬਾਅਦ ਚ ਉਹਨੂੰ ਪ੍ਰੋਪਰ ਹਰਡ ਹੋਣ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜਿਹੜਾ ਹੈਗਾ ਅਲਾਓ ਕੀਤਾ ਗਿਆ। ਠੀਕ ਹੈ ਖੋਸਾ ਸਾਹਿਬ, ਠੀਕ ਹੈ, ਹੁਣ ਇੱਥੇ ਤੱਕ ਪਹੁੰਚ ਗਈ ਹੈ ਗੱਲ। ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕਿ ਹੁਣ ਸਿੱਧੂ ਦੇ ਲਈ ਕੋਈ ਕਾਨੂੰਨੀ ਰਸਤਾ ਬਾਕੀ ਹੈ ਕਿ ਜਿਹੜਾ ਕਿ ਜੇਲ੍ਹ ਨਾ ਜਾਣਾ ਪਵੇ, ਕਿ ਇਸ ਤਰ੍ਹਾਂ ਦਾ ਹਾਲੇ ਵੀ ਕੋਈ ਰਸਤਾ ਖੁੱਲ੍ਹਾ ਨਵਜੋਤ ਸਿੰਘ ਸਿੱਧੂ ਦੇ ਲਈ? ਜਦੋਂ ਮਾਣਯੋਗ ਹਾਈ ਕੋਰਟ ਜਾਂ ਮਾਣਯੋਗ ਸੁਪਰੀਮ ਕੋਰਟ ਜਜਮੈਂਟ ਪਾਸ ਕਰ ਦਿੰਦੀ ਹੈ ਇਸ ਤਰ੍ਹਾਂ ਵੀ ਬੰਦਾ ਜਿਹੜਾ ਮਤਲਬ ਅਕਿਊਜ਼ਡ ਬੇਲ ਤੇ ਹੈ, ਤਾਂ ਉਦੋਂ ਕੀ ਹੁੰਦਾ ਹੈ ਕਿ ਜਿਹੜਾ ਉੱਪਰੋਂ ਆਰਡਰ ਹੈਗਾ ਥਰੂ ਰਜਿਸਟਰੀ, ਜਿਹੜਾ ਨੀਚੇ ਜਿਵੇਂ ਆਪਾਂ ਪੰਜਾਬ ਚ ਕਹਿ ਦਈਏ ਕੋਰਟ CJM ਕੋਰਟ ਹੈ, ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਕੋਰਟ ਨੂੰ ਇਹ ਫਿਰ ਡਾਇਰੈਕਸ਼ਨ ਜਾਂਦੀਆਂ ਵੀ ਉਹਨੂੰ ਐਗਜ਼ੀਕਿਊਸ਼ਨ ਕਰਾਈ ਜਾਵੇ ਜਜਮੈਂਟ ਦੀ, ਹਨਾ। ਤਾਂ ਐਗਜ਼ੀਕਿਊਸ਼ਨ ਕਰਾਉਣ ਵਾਸਤੇ ਜਦੋਂ ਮਾਣਯੋਗ CJM ਸਾਹਿਬ ਦੇ ਜਾਊਗਾ, ਫਿਰ ਉਹ ਐਗਜ਼ੀਕਿਊਸ਼ਨ ਵਾਸਤੇ ਉਹਨਾਂ ਨੂੰ ਵਾਰੰਟ ਵਗੈਰਾ ਇਸ਼ੂ ਕਰਨਗੇ ਤੇ ਦੈਨ ਉਹ ਦੇਖਣਗੇ। ਬਟ ਜੇ ਰੈਮਡੀ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਵਿੱਚ, ਤਾਂ ਮੇਰੇ ਹਿਸਾਬ ਨਾਲ ਹੁਣ ਉਹਨਾਂ ਕੋਲੇ ਕੋਈ ਰੈਮਡੀ ਅਵੇਲ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ 2 ਵਾਰੀ ਇਸ ਕੇਸ ਨੂੰ ਸੁਣ ਚੁੱਕੀ ਹੈ। ਤਾਂ ਉਹਨਾਂ ਕੋਲੇ ਜੇ ਲੀਗਲ ਰੈਮਡੀ ਕਰਦੀ ਹੈ, ਅਦਰਵਾਈਜ਼ ਇਹ ਹੈ ਵੀ ਫਾਈਲ ਤਾਂ ਹੋ ਚੁੱਕੀ ਰਿਵਿਊ ਦੀ, ਜਿਹੜਾ ਸੈਕੰਡ ਰਿਵਿਊ ਫਾਈਲ ਕਰ ਦੇਣਗੇ, ਪਰ ਜਿਹੜਾ ਉਹ ਚ ਜਿਹੜਾ ਆਪਾਂ ਕਹਿ ਦਈਏ ਵੀ ਸਕੋਪ ਜਿਹੜੇ ਬਹੁਤ ਲੀਗਲੀ ਉਹਨਾਂ ਕੋਲੇ ਘੱਟ ਹੈ ਵੀ ਗਾਂ ਇਸ ਜਜਮੈਂਟ ਨੂੰ ਮਾਣਯੋਗ ਸੁਪਰੀਮ ਕੋਰਟ ਵਿੱਚ ਚੈਲੰਜ ਕਰਨ ਵਾਸਤੇ ਉਹਨਾਂ ਕੋਲੇ ਤਾਂ ਹੁਣ ਇੱਕੋ ਹੀ ਹੈ ਵੀ ਜਿਵੇਂ ਮਤਲਬ ਆਪਾਂ ਗੁੱਡ ਬਿਹੇਵੀਅਰ ਦੀ ਗੱਲ ਕਰ ਲਈਏ, ਜਿਵੇਂ ਆਪਾਂ ਸੰਜੇ ਦੱਤ ਵਾਲੇ ਕੇਸ ਦੀ ਗੱਲ ਕਰ ਲਈਏ, ਸੰਜੇ ਦੱਤ ਨੂੰ 5 ਈਅਰ ਕਨਵਿਕਸ਼ਨ ਹੋਈ, 5 ਈਅਰ ਕਨਵਿਕਸ਼ਨ ਹੋਈ ਤੇ ਉਹਨੂੰ ਜਿਹੜਾ ਹੈਗਾ 1 ਸਾਲ ਦੇ ਵਿੱਚ ਹੀ ਉਹਨੂੰ ਕੰਪਲੀਟ ਕਰਕੇ ਉਹਨੂੰ ਜਿਹੜਾ ਹੈਗਾ ਰਿਲੀਜ਼ ਕਰ ਦਿੱਤਾ ਵੀ ਉਹਦਾ ਗੁੱਡ ਬਿਹੇਵੀਅਰ ਸਰਕਾਰਾਂ ਕਰਦੀਆਂ। ਫਿਰ ਉਹ ਪਾਵਰ ਸਰਕਾਰਾਂ ਦੇ ਕੋਲ ਆ। ਫਿਰ ਹਾਂ ਉਹ ਪਾਵਰ ਸਰਕਾਰਾਂ ਦੇ ਕੋਲ ਹੈ। ਇਹ ਤਾਂ ਇਹ ਕਲੀਅਰ ਕੱਟ ਹੈ। ਇੱਥੇ ਤਾਂ ਮਤਲਬ ਇਹ ਫਿਰ ਬਾਰਡਰ ਸਟੇਟ ਆਪਣਾ ਬਾਰਡਰ ਸਟੇਟ ਤੇ ਇਹਨਾਂ ਨੂੰ ਦੱਸਣਾ ਹੈ ਵੀ ਇਹ ਕੀ ਵੀ ਤੁਸੀਂ ਕੀ ਤੁਹਾਡੀ ਕਿੰਨੀ ਕੁ ਵੈਲਿਊ ਹੈ ਇਸ ਚੀਜ਼ ਤੇ। ਇਹ ਤਾਂ ਹਮੇਸ਼ਾ ਤੋਂ ਹੀ ਰਹੂਗਾ।
ਜਾਣੀ ਹੁਣ ਸਾਥ ਮੰਨਿਆ ਜਾਂਦਾ ਹੈ ਪਹਿਲਾਂ ਤੋਂ, ਚਲੋ ਟੀਵੀ ਸ਼ੋਅ ਨੂੰ ਲੈ ਕੇ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਸ ਵੇਲੇ, ਤੇ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ਜੱਜ ਹੋਇਆ ਕਰਦੇ ਸੀ, ਦੋਨਾਂ ਦੀ ਆਪਸੀ ਟਿਊਨਿੰਗ ਵੀ ਬੜੀ ਸੀਗੀ। ਪਿੱਛੇ ਜੇ ਨਵਜੋਤ ਸਿੰਘ ਸਿੱਧੂ ਸੀਐਮ ਮਾਨ ਦੇ ਨਾਲ ਮੁਲਾਕਾਤ ਵੀ ਕਰਕੇ ਆਉਂਦੇ ਆ। ਖੋਸਾ ਸਾਹਿਬ, ਇਹ ਸਵਾਲ ਹੁਣ ਆ ਰਿਹਾ ਕਿ ਜੇ ਨਵਜੋਤ ਸਿੰਘ ਸਿੱਧੂ 2-4 ਮਹੀਨੇ ਜੇਲ੍ਹ ਦੇ ਵਿੱਚ ਬਿਤਾਉਂਦੇ ਨੇ, ਬਿਹੇਵੀਅਰ ਤਾਂ ਚੰਗਾ ਹੋਏਗਾ, ਤੇ ਫਿਰ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਕੀ ਦੀ ਸਜ਼ਾ ਮਾਫ ਕਰਵਾ ਸਕਦੇ ਨੇ ਕਿ ਨਹੀਂ? ਸਿੱਧੂ ਸਾਹਿਬ ਦਾ ਜਿਹੜਾ ਬਿਹੇਵੀਅਰ ਆ ਉਹ 6 ਮਹੀਨੇ ਬੜਾ ਚੰਗਾ ਰਿਹਾ ਤੇ ਪਿਛਲੀ ਬਾਕੀ 6 ਮਹੀਨੇ ਦੀ ਸਜ਼ਾ ਮਾਫ ਹੋ ਜਾਂਦੀ ਹੈ। ਨਹੀਂ, ਇਹ ਬਿਲਕੁਲ ਜਿਹੜਾ ਹੈਗਾ ਇਹ ਜਿਹੜਾ ਗਵਰਨਮੈਂਟ ਦੇ ਮਤਲਬ ਅਫੇਅਰਸ ਚ ਆ ਜਾਂਦਾ ਹੈ ਇਹ, ਤਾਂ ਉਹਨਾਂ ਨੇ ਚੈੱਕ ਕਰਨਾ ਹੈ। ਉਹ ਮਤਲਬ ਜੇ ਤਾਂ ਜਿਹੜੇ ਆਪਣੇ ਬੰਦੇ ਹੁੰਦੇ ਨੇ ਹਨਾ, ਜਿਹੜੇ ਕਿ ਸਟੇਟ ਦੇ ਬੰਦੇ ਹੁੰਦੇ ਨੇ, ਉਹਨਾਂ ਵਾਸਤੇ ਤਾਂ ਉਹ ਸਭ ਪੈਰਾਮੀਟਰ ਸਹੀ ਉਸੇ ਤਰ੍ਹਾਂ ਫਿੱਟ ਕਰ ਦਿੰਦੇ ਨੇ, ਤੇ ਜਿਹੜੇ ਸਟੇਟ ਦੇ ਖਿਲਾਫ ਨੇ ਉਹਨਾਂ ਵਾਸਤੇ ਫਿਰ ਉਹ ਦੂਸਰਾ ਹੀ ਜਿਹੜਾ ਹੁੰਦਾ, ਜਿਹੜਾ ਰਵੱਈਆ ਹੁੰਦਾ ਸਟੇਟ ਦਾ ਰਵੱਈਆ ਹਮੇਸ਼ਾ ਹੀ ਫਿਰ ਉਹ ਸਖਤ ਵਾਲਾ ਹੋਊਗਾ, ਤੇ ਜੇ ਉਹਨਾਂ ਦੇ ਆਪਦੇ ਬੰਦੇ ਉਹਨਾਂ ਨੂੰ ਫਿੱਟ ਬੈਠਦੇ ਆ ਫਿਰ ਰਵੱਈਆ ਨਰਮ ਵਾਲਾ ਹੋਊਗਾ ਹਨਾ। ਤਾਂ ਹੁਣ ਜਿਹੜੀ ਸਵਾਲ ਤਾਂ ਜਾਣੀ ਕਿ ਇਹ ਗੱਲ ਪੱਕੀ ਹੋ ਗਈ ਕਿ ਜੇ ਸੀਐਮ ਮਾਨ ਚਾਹੁਣ ਤਾਂ 6 ਮਹੀਨੇ ਬਾਅਦ ਜੇਕਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਉਹ ਬਿਹੇਵੀਅਰ ਆ ਉਹ ਜੇਲ੍ਹ 'ਚ ਠੀਕ ਰਹਿੰਦਾ ਤਾਂ ਉਹ ਸੀਐਮ ਮਾਨ ਪਾਵਰ ਰੱਖਦੇ ਨੇ ਕਿ ਅਗਲੇ 6 ਮਹੀਨੇ ਦੀ ਸਜ਼ਾ ਮਾਫ ਕਰ ਸਕਦੇ ਨੇ। ਨਹੀਂ, ਦੇਖੋ ਇਹ ਇੱਥੇ ਨਾ ਇਹ ਗੱਲ ਬੜੀ ਅਗਲੀ, ਇਹਦੇ ਤੇ ਥੋੜਾ ਜਿਹਾ ਆਪਾਂ ਨੂੰ ਹੋਰ ਸਕਰੂਟਨਾਈਜ਼ ਕਰ ਲੈਣਾ ਚਾਹੀਦਾ। ਕੱਲੀ ਸਟੇਟ ਗਵਰਨਮੈਂਟ ਨਹੀਂ, ਇਹਦੇ ਚ ਸੈਂਟਰ ਗਵਰਨਮੈਂਟ ਦੇ ਵੀ ਪੁਸ਼ਕ ਹੁੰਦੇ ਆ, ਜਿਵੇਂ ਕਿ ਆਪਾਂ ਕਹਿੰਦੇ ਹਾਂ ਜੋ ਜੇਲ੍ਸ ਨੇ, ਜੇਲ੍ਸ ਡਾਇਰੈਕਟਲੀ ਉਹ ਸੈਂਟਰ ਨਾਲ ਹੀ ਰਿਲੇਟਡ ਨੇ, ਤਾਂ ਉਹਦੇ ਚ ਕੀ ਹੈ ਕਿ ਉਹਦੇ ਚ ਕੁਛ ਨਾ ਕੁਛ ਜਦੋਂ ਇੱਥੇ ਸਟੇਟ ਨੇ ਜ਼ਰੂਰ ਉਹਨਾਂ ਦੀਆਂ ਸਿਫਾਰਿਸ਼ਾਂ ਭੇਜਣੀਆਂ, ਤਾਂ ਉਹਨਾਂ ਨੂੰ ਅੱਗੇ ਇਹ ਵੀ ਹੈ ਵੀ ਜ਼ਿਆਦਾਤਰ ਕਰ ਲੈਂਦੇ ਆ ਮਨਜ਼ੂਰ ਕਿਸੇ ਨਾ ਕਿਸੇ ਕੇਸ ਚ। ਜਿਵੇਂ ਹੁਣ ਆਪਾਂ ਪਿੱਛੇ ਜੇ ਐਗਜ਼ਾਮਪਲ ਲੈ ਲਈਏ, ਪਿੱਛੇ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਨੂੰ ਆਪਾਂ ਕਹਿ ਦਈਏ ਵੀ ਉਹਨਾਂ ਨੂੰ, ਜਿਹਨੂੰ ਕਹਿ ਦਈਏ ਵੀ ਜਿਹਨੂੰ ਆਪਾਂ ਕਤਲ ਜਿਹਨੂੰ ਸਜ਼ਾ ਹੋਈ ਸੀਗੀ, ਉਹਨੂੰ ਰਿਹਾ ਕੀਤਾ ਹਨਾ। ਤਾਂ ਉਹਦੇ ਵਿੱਚ ਕੀ ਹੈ ਕਿ ਮਤਲਬ ਉਹਨੂੰ ਆਪਾਂ ਹੁਣ ਉਹ ਇਹ ਕਹਿ ਸਕਦੇ ਹਾਂ ਵੀ ਉਹ ਸਟੇਟ ਨੂੰ ਠੀਕ ਲੱਗਦਾ ਸੀ, ਉਹਨਾਂ ਦੀਆਂ ਪਾਲਿਸੀਆਂ ਦੇ ਅਕੋਰਡਿੰਗ ਠੀਕ ਲੱਗਦਾ ਸੀ। ਹੁਣ ਦੂਜੇ ਪਾਸੇ ਆਪਣੇ ਦੇਖ ਲਓ, ਭੁੱਲਰ ਸਾਹਿਬ ਬੈਠੇ ਨੇ, ਹਵਾਰਾ ਸਾਹਿਬ ਬੈਠੇ ਨੇ, ਕਿੰਨੇ ਆਪਣੇ ਬੰਦੀ ਸਿੰਘ ਬੈਠੇ ਨੇ ਹਨਾ। ਇਹਨਾਂ ਵਾਸਤੇ ਫਿਰ ਤੁਸੀਂ ਦੇਖ ਲਓ ਪੈਰਾਮੀਟਰਸ ਉਹ ਨਹੀਂ ਹੈ। ਹਾਲਾਂਕਿ ਜੇ ਇੱਕ ਪ੍ਰਧਾਨ ਮੰਤਰੀ ਦੇ ਮਤਲਬ ਕਤਲ ਦੇ ਸਜ਼ਾ ਵਾਲੇ ਬਰੀ ਹੋ ਸਕਦੇ ਆ, ਤਾਂ ਫਿਰ ਦੂਸਰੇ ਕਿਉਂ ਨਹੀਂ? ਫਿਰ ਇਹ ਪਾਰਸ਼ੈਲਿਟੀ ਜਿਹੜੀ ਕਿਉਂ ਯੂਜ਼ ਕਰੀ ਜਾ ਰਹੀ ਹੈ? ਇੱਕ ਜਿਹੜਾ ਸਟੇਟ ਫਿਰ ਆਪਦੇ ਅਕੋਰਡਿੰਗਲੀ ਜਿਹੜੇ ਬੰਦੇ ਉਹਨਾਂ ਨੂੰ ਫਿੱਟ ਨੇ ਉਹਨਾਂ ਨੂੰ ਬਾਹਰ ਕੱਢ ਲੈਂਦੀ ਹੈ, ਕਿਉਂਕਿ ਹੁਣ ਉਹ ਜਿਹੜਾ ਉੱਤੇ ਸਰਕਾਰ ਚੇਂਜ ਹੋ ਗਈ, ਸਰਕਾਰ ਚੇਂਜ ਹੋਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਹੈਗੀ ਸੈਂਟਰ ਦੇ ਵਿੱਚ, ਤੇ ਸਟੇਟ 'ਚ ਉਹਨਾਂ ਨੇ ਸਿਫਾਰਿਸ਼ਾਂ ਹੈਗੀਆਂ ਉਹਨੂੰ ਰਿਲੀਜ਼ ਕਰਤਾ। ਹੁਣ ਇਸੇ ਤਰ੍ਹਾਂ ਹੀ ਜੇ ਜਿੰਨੇ ਵੀ ਆਪਣੇ ਬੰਦੀ ਸਿੰਘ ਨੇ, ਬੰਦੀ ਸਿੰਘਾਂ ਨੂੰ ਵਿਚਾਰਿਆਂ ਨੂੰ ਮਤਲਬ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਮਤਲਬ ਮੈਕਸੀਮਮ ਟੂ ਮੈਕਸੀਮਮ ਉਹ ਅੰਦਰ ਰਹਿ ਚੁੱਕੇ ਨੇ ਜੇਲ੍ਹ 'ਚ। ਮਤਲਬ ਇਹ ਐਗਜ਼ਾਮਪਲ ਹੀ ਹੈ ਜਿਹੜੇ ਉਹ ਹਜੇ ਤੱਕ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਤੇ ਕੋਈ ਕੁਛ ਨਹੀਂ ਗਾ ਹਨਾ। ਤਾਂ ਇਹ ਇੱਕ ਸੈਂਟਰ ਇਹ ਇੱਕ ਦਸਾ ਰਹੇ ਆ ਤੁਹਾਨੂੰ ਬਾਰਡਰ ਸਟੇਟ ਵਾਲਿਆਂ ਨੂੰ ਵੀ ਜਿਹੜਾ ਸਿਰ ਚੱਕੂਗਾ ਉਹਨੂੰ ਅਸੀਂ ਐਂ ਕਰ ਦਾਂਗੇ। ਹੁਣ ਅੱਜ ਦੀ ਆਪਾਂ ਫਾਰ ਐਗਜ਼ਾਮਪਲ ਲੈ ਲਈਏ ਤਾਂ ਇੱਕ ਨੂੰ ਆਪਣੇ ਬੀਜੇਪੀ ਪ੍ਰੈਜ਼ੀਡੈਂਟ, ਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਨੂੰ ਬੀਜੇਪੀ ਜੁਆਇਨ ਕਰਾ ਰਿਹਾ, ਤੇ ਦੂਸਰੇ ਨੂੰ ਜਿਹੜਾ ਹੈਗਾ ਯਾਤਰਾ ਵਾਲੇ ਪਾਸੇ ਨੂੰ ਮਤਲਬ ਹਾਂਜੀ ਭੇਜ ਰਹੇ ਨੇ ਹਨਾ। ਤਾਂ ਇਹ ਜਿਹੜੀ ਟੋਟਲੀ ਜਿਹੜੀ ਹੈਗੀ ਹੈ ਹਾਂਜੀ ਦੋਨੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਜੀ, ਬਿਲਕੁਲ ਹੁਣ ਇਹ ਦੇਖ ਲਓ ਵੀ ਆਪਾਂ ਜੇ ਹੁਣ ਕਰ ਲਈਏ ਤਾਂ ਇਹ ਪ੍ਰਿੰਸੀਪਲ ਆਫ ਪ੍ਰੋਫੈਸ਼ਨੈਲਿਟੀ ਨੂੰ ਇੱਥੇ ਫੋਲੋ ਅਪ ਹੋ ਰਿਹਾ ਜਾਂ ਨਹੀਂ ਹੈ ਹਨਾ। ਤਾਂ ਇਹਦੇ ਚ ਕੀ ਹੈ ਕਿ ਮਤਲਬ ਇਹਦੇ ਚ ਕੀ ਮਤਲਬ ਅੱਗੇ ਹੈ, ਤੇ ਇਹ ਕਿਵੇਂ ਮਤਲਬ ਸਟੇਟਸ ਜਿਹੜੀਆਂ ਹੈਗੀਆਂ ਮਤਲਬ ਇਹ ਮਤਲਬ ਜਿਹੜੇ ਆਪ ਤੋਂ ਉਹਨਾਂ ਦੇ ਖਿਲਾਫ ਜਿਹੜੀ ਗੱਲ ਉਹਨਾਂ ਦੇ ਵਿਰੁੱਧ ਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਕੋਈ ਸਟੇਟ ਦੇ ਮਤਲਬ ਸਿਕਿਉਰਿਟੀ ਨੂੰ ਕੋਈ ਚੈਲੰਜ ਹੈ। ਉਹ ਇੱਕ ਜਿਹੜਾ ਹੈਗਾ ਜਿਹੜੀਆਂ ਪਾਲਿਸੀਆਂ ਨੇ, ਪਾਲਿਸੀਆਂ ਦੇ ਵਿਰੁੱਧ ਜਿਹੜਾ ਆਵਾਜ਼ ਉਠਾਉਂਦਾ ਤਾਂ ਉਹਨੂੰ ਬਸ ਇਸੇ ਤਰ੍ਹਾਂ ਹੀ ਜਿਹੜਾ ਹੈਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਹਰਿੰਦਰ ਸਿੰਘ ਖੋਸਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਉਮੀਦ ਕਰਦੇ ਹਾਂ ਕਿ ਜਿਹੜੇ ਦਰਸ਼ਕਾਂ ਨੇ ਤੁਹਾਨੂੰ ਸੁਣਿਆ ਤੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ। ਧਾਰਾ 299 ਕੀ ਕਹਿੰਦੀ ਹੈ, 304 ਕੀ ਕਹਿੰਦੀ ਹੈ, 323 ਕੀ ਕਹਿੰਦੀ ਹੈ, ਤੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਦੇ ਲਈ ਸਾਫ਼ ਹੋਈਆਂ ਨੇ, ਕਲੀਅਰ ਹੋਈਆਂ ਨੇ।
ਤੇ ਬਹੁਤ ਬਹੁਤ ਧੰਨਵਾਦ ਖੋਸਾ ਸਾਹਿਬ ਤੁਹਾਡਾ। ਤੇ ਸਾਨੂੰ ਲੱਗਦਾ ਕਿ ਹੁਣ ਜਿਸ ਤਰੀਕੇ ਦੇ ਨਾਲ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਜੇ ਸੀਐਮ ਜਾਂ ਪੰਜਾਬ ਸਰਕਾਰ ਚਾਹਵੇ ਤਾਂ ਕੁਝ ਮਹੀਨੇ ਬਾਅਦ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਮਾਫੀ ਲਈ ਸਿਫਾਰਿਸ਼ ਵੀ ਕਰ ਸਕਦੀ ਹੈ। ਪਰ ਗੱਲਾਂ ਉਹੀ ਨੇ ਕਿ ਸੇਮ ਪਾਰਟੀ ਤੋਂ ਨਹੀਂ, ਪਾਰਟੀਆਂ ਵਿਰੋਧੀ ਪਾਰਟੀਆਂ ਨੇ। ਪਰ ਦੇਖਣਾ ਇਹ ਵੀ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਦੇ ਵਿੱਚ ਆਪਣਾ ਸਮਾਂ ਬਿਤਾਉਂਦੇ ਨੇ ਤਾਂ ਉਹਨਾਂ ਦਾ ਵਰਤਾਓ ਕਿਸ ਤਰ੍ਹਾਂ ਦਾ ਤੇ ਬਾਹਰ ਨਵਜੋਤ ਸਿੰਘ ਸਿੱਧੂ ਹੁਣ ਕਿਸ ਤਰੀਕੇ ਦਾ ਇਨਸਾਨ ਬਣ ਕੇ ਆਉਣਗੇ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸੀਨੀਅਰ ਵਕੀਲ ਹਰਿੰਦਰ ਸਿੰਘ ਖੋਸਾ ਸਾਹਿਬ ਤੁਹਾਡਾ। ਤੇ ਉਮੀਦ ਕਰਦੇ ਹਾਂ ਬੜੀ ਜਲਦੀ ਫਿਰ ਤੋਂ ਕਿਸੇ ਹੋਰ ਕਾਨੂੰਨ ਦੀ ਘੁੰਡੀ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਧੰਨਵਾਦ ਜੀ।